Hello everyone, welcome to Victor's Knowledge. This is Chivu Sharma, and today I'm going to take up another important lecture on general aware questions. So ਅੱਜ ਦੇ ਇਸ ਲੈਕਚਰ ਦੇ ਅੰਦਰ ਜਿਹੜਾ ਆਪਣਾ ਮੇਨ ਫੋਕਸ ਰਹੂਗਾ ਉਹ ਹੈ ਵਰਲਡ ਹਿਸਟਰੀ ਤੇ ਨਾਲ ਐਂਸ਼ੀਅੰਟ ਹਿਸਟਰੀ ਦੇ ਇੰਪੋਰਟੈਂਟ ਆਰਟ ਐਂਡ ਕਲਚਰ ਦੇ ਕੁਐਸਚਨ। So starting with first question, Hitler became the Chancellor of Germany in। So Hitler ਜਰਮਨੀ ਦੇ ਚਾਂਸਲਰ ਬਣਿਆ ਸੀ ਆਪਸ਼ਨ ਡੀ 1933 ਵਿੱਚ। ਨੈਕਸਟ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਾਫੀ ਐਗਜ਼ਾਮ ਦੇ ਵਿੱਚ ਆਉਣ ਦੇ ਚਾਂਸਸ ਨੇ। ਸੋ ਜਿਹੜੇ ਵੀ ਐਗਜ਼ਾਮਸ ਦੇ ਵਿੱਚ ਸਪੈਸੀਫਿਕਲੀ ਵਰਲਡ ਹਿਸਟਰੀ ਸਿਲੇਬਸ ਦੇ ਵਿੱਚ ਹੈ ਉਹਨਾਂ ਐਗਜ਼ਾਮ ਦੇ ਲਈ ਇਹ ਵਨ ਆਫ ਦਾ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਹੈ। ਸੋ ਇਹ ਕੁਐਸਚਨ ਹੈ ਕਿ ਟ੍ਰੀਟੀ ਆਫ ਵਰਸਲਿਸ ਕਦੋਂ ਸਾਈਨ ਕੀਤੀ ਗਈ। ਪਹਿਲੀ ਚੀਜ਼ ਤਾਂ ਆਪਾਂ ਟ੍ਰੀਟੀ ਆਫ ਵਰਸਲਿਸ ਦੇ ਨਾਲ ਇੱਕ ਇੰਪੋਰਟੈਂਟ ਫੈਕਟ ਯਾਦ ਰੱਖਣਾ ਹੈ ਵੀ ਜਿਹੜੀ ਵਰਲਡ ਵਾਰ 1 ਹੋਈ ਸੀ ਉਹਨੂੰ ਖਤਮ ਕਰਨ ਦੇ ਲਈ, ਕਨਕਲੂਡ ਕਰਨ ਦੇ ਲਈ ਜਿਹੜਾ ਇੱਕ ਪੀਸ ਡਾਕੂਮੈਂਟ ਤਿਆਰ ਕੀਤਾ ਗਿਆ ਸੀ ਸ਼ਾਂਤੀ ਬਣਾਉਣ ਦੇ ਲਈ, ਉਹਦਾ ਨਾਮ ਸੀ ਟ੍ਰੀਟੀ ਆਫ ਵਰਸਲਿਸ। ਤੇ ਇਹਦੇ ਵਿੱਚ ਕਿਹੜੀਆਂ ਪਾਰਟੀਆਂ ਨੇ ਸਾਈਨ ਕੀਤਾ ਸੀ? ਅਲੀਟ ਪਾਰਟੀਆਂ ਤੇ ਉਹਨਾਂ ਦੀਆਂ ਐਸੋਸੀਏਟਿਡ ਐਂਡ ਬਾਈ ਜਰਮਨੀ। ਤੇ ਇਹ ਕਿੱਥੇ ਸਾਈਨ ਕੀਤਾ ਗਿਆ ਸੀ ਇਹ ਵੀ ਕੁਐਸਚਨ ਕਾਫੀ ਵਾਰੀ ਆਉਂਦਾ। ਸੋ ਟ੍ਰੀਟੀ ਆਫ ਵਰਸਲਿਸ ਸਾਈਨ ਕੀਤੀ ਗਈ ਸੀ ਹਾਲ ਆਫ ਮਿਰਰਸ in the Palace of Versailles, France। ਤੇ ਇਹਦੀ ਈਅਰ ਹੈ ਆਪਸ਼ਨ ਬੀ 1919 ਤੇ ਡੇਟ ਹੈ ਇਹਦੀ ਪੂਰੀ 28 ਜੂਨ। ਸੋ 28 ਜੂਨ 1919 ਨੂੰ ਟ੍ਰੀਟੀ ਆਫ ਵਰਸਲਿਸ ਸਾਈਨ ਕੀਤੀ ਗਈ ਸੀ ਟੂ ਐਂਡ ਵਰਲਡ ਵਾਰ 1। ਤੇ ਜਿਹੜੀ ਦੀ ਇਨਫੋਰਸਮੈਂਟ ਹੋਈ ਸੀ ਟ੍ਰੀਟੀ ਕਿਸ ਤਰੀਕ ਤੋਂ ਲਾਗੂ ਹੋਈ ਸੀ? ਸੋ ਜਿਹੜਾ ਅਗਰੀਮੈਂਟ ਤਿਆਰ ਕੀਤਾ ਗਿਆ ਸੀ ਕਿ ਹੁਣ ਆਪਾਂ ਵਰਲਡ ਵਾਰ 1 ਨੂੰ ਉਰੇ ਖਤਮ ਕਰਨਾ ਹੈ। ਸੋ ਇਹਦਾ ਇਨਫੋਰਸਮੈਂਟ ਡੇਟ ਵੀ ਤੁਸੀਂ ਯਾਦ ਰੱਖ ਲਓ 10 ਜਨਵਰੀ 1920। ਸੋ ਇਹ ਦੋ ਤਿੰਨ ਫੈਕਟ ਬਹੁਤ ਇੰਪੋਰਟੈਂਟ ਨੇ ਰਿਲੇਟਡ ਟੂ ਟ੍ਰੀਟੀ ਆਫ ਵਰਸਲਿਸ। So next is who said the state exists because crime exists in society, otherwise there would be no need of a state। So ਜਿੱਥੇ ਵੀ ਆਪਾਂ ਵਰਲਡ ਹਿਸਟਰੀ ਦੀ ਗੱਲ ਕਰਾਂਗੇ ਅਲੱਗ-ਅਲੱਗ ਥਿਊਰੀਜ਼ ਆਉਣਗੀਆਂ। ਸਟੇਟ ਵਰਡ ਦਾ ਉੱਥੇ ਮਤਲਬ ਹੋਊਗਾ ਗਵਰਨਮੈਂਟ, ਸਰਕਾਰ। ਇਹ ਜੀ ਸਰਕਾਰ ਜੋ ਕੰਟਰੋਲਿੰਗ ਨੇਚਰ ਦੀ ਹੈ, ਲਾਅ ਐਂਡ ਆਰਡਰ ਬਣਾਉਂਦੀ ਹੈ। ਸੋ ਇਹ ਕਿਹਾ ਸੀ ਆਪਸ਼ਨ ਏ ਹਰਬਰਟ ਸਪੈਂਸਰ ਨੇ। ਸੋ ਇਹਨਾਂ ਦਾ ਮੰਨਣਾ ਸੀ ਵੀ ਇੱਕ ਸਟੇਟ ਦੀ ਜ਼ਰੂਰਤ ਸਿਰਫ ਤਾਂ ਹੈ ਜੇ ਸੁਸਾਇਟੀ 'ਚ ਅਪਰਾਧ ਨੇ, ਜੇ ਅਪਰਾਧ ਨਾ ਹੋਣ ਤਾਂ ਕੋਈ ਸਟੇਟ ਦੀ ਸਰਕਾਰ ਦੀ ਲੋੜ ਹੀ ਨਹੀਂ। ਨੈਕਸਟ ਹੈ ਜਦੋਂ ਕਨਸਟੈਂਟੀਨੋਪਲ ਆਟੋਮਨਸ ਨੇ ਟੇਕ ਓਵਰ ਕੀਤਾ, when there was fall of Constantinople in 1453, ਉਸ ਸਮੇਂ byzantine emperor ਆਖਰੀ ਕੌਣ ਸੀ? ਸੋ ਪਹਿਲੀ ਚੀਜ਼ ਤਾਂ ਆਪਾਂ ਥੋੜਾ ਦੇਖ ਲੈਣੇ ਆ fall of Constantinople ਬਾਰੇ। Ottoman emperor, ਸੋ ਆਟੋਮਨਸ ਨੇ ਕਨਸਟੈਂਟੀਨੋਪਲ ਨੂੰ ਟੇਕ ਓਵਰ ਕਰ ਲਿਆ ਸੀ। ਕਨਸਟੈਂਟੀਨੋਪਲ byzantine empire ਦੀ ਕੈਪੀਟਲ ਸਿਟੀ ਸੀ ਤੇ ਆਟੋਮਨਸ ਨੇ ਇਹਨੂੰ ਟੇਕ ਓਵਰ ਕੀਤਾ 29 ਮਈ 1453 ਨੂੰ। ਜਿਹੜੇ ਆਟੋਮਨ ਸੀ ਜਿਸ ਸਮੇਂ ਉਹਨਾਂ ਨੇ ਕਨਸਟੈਂਟੀਨੋਪਲ ਨੂੰ ਟੇਕ ਓਵਰ ਕੀਤਾ ਉਹਨਾਂ ਨੂੰ ਕਮਾਂਡ ਕਰ ਰਹੇ ਸੀ 21 ਸਾਲ ਦੇ ਆਟੋਮਨ ਸੁਲਤਾਨ ਮਹਿਮਦ II। ਸੋ ਆਪਣਾ ਕੁਐਸਚਨ ਹੈ ਕਿ ਇਹਨਾਂ ਦੇ ਆਟੋਮਨਸ ਦੇ ਅਗੇਂਸਟ ਉਸ ਟਾਈਮ ਲਾਸਟ byzantine emperor ਕੌਣ ਸੀ? ਸੋ ਉਹ ਸੀ ਆਪਸ਼ਨ ਡੀ Constantine 11। ਸੋ ਇਹ ਤੁਸੀਂ ਯਾਦ ਰੱਖਣਾ ਹੈ ਲਾਸਟ byzantine emperor। When was the construction of Great Wall of China started? ਸੋ ਇਹਦੀ ਕੰਸਟਰਕਸ਼ਨ ਸ਼ੁਰੂ ਹੋਈ ਸੀ ਆਪਸ਼ਨ ਡੀ 221 BC। ਫੈਬਰਰੀ ਰੈਵੋਲੂਸ਼ਨ ਕਿੱਥੇ ਹੋਇਆ? ਸੋ ਅਕਤੂਬਰ ਰੈਵੋਲੂਸ਼ਨ, ਫੈਬਰਰੀ ਰੈਵੋਲੂਸ਼ਨ ਇਹ ਦੋ ਇੰਪੋਰਟੈਂਟ ਰੈਵੋਲੂਸ਼ਨ ਨੇ ਰਸ਼ੀਅਨ ਵਾਰ ਆਫ ਇੰਡੀਪੈਂਡੈਂਸ ਦੇ, ਰਸ਼ੀਅਨ ਰੈਵੋਲੂਸ਼ਨ ਦੇ। ਤੇ ਇਹ ਹੋਇਆ ਸੀ ਆਪਸ਼ਨ ਬੀ ਪੀਟਰੋਗ੍ਰਾਡ ਵਿੱਚ। The word impossible is found in the dictionary of fool। ਇਹ ਕਿਹਦੀ ਫੇਮਸ ਕੋਟ ਹੈ? ਕਾਫੀ ਵਾਰੀ ਇਹ ਕੁਐਸਚਨ ਐਜ਼ ਇਟ ਇਜ਼ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ। ਸੋ ਕਿਹਨੇ ਕਿਹਾ ਸੀ ਕਿ ਮੂਰਖਾਂ ਦੀ ਡਿਕਸ਼ਨਰੀ ਵਿੱਚ ਹੀ ਵਰਡ ਇੰਪੋਸੀਬਲ ਲੱਭਿਆ ਜਾ ਸਕਦਾ ਹੈ? ਸੋ ਇਹ ਫੇਮਸ ਸੇਇੰਗ ਸੀ ਆਪਸ਼ਨ ਡੀ ਨੈਪੋਲੀਅਨ ਦੀ। ਨੈਕਸਟ ਹੈ ਦੁਰਾਨੀ ਐਮਪਾਇਰ ਦੇ ਫਾਊਂਡਰ ਕੌਣ ਹੈ? ਸੋ ਇਹਨਾਂ ਦਾ ਰਾਈਟ ਆਨਸਰ ਹੈ ਆਪਸ਼ਨ ਡੀ ਅਹਿਮਦ ਸ਼ਾਹ ਦੁਰਾਨੀ। ਸੋ ਅਹਿਮਦ ਸ਼ਾਹ ਦੁਰਾਨੀ ਨੂੰ ਮਾਡਰਨ ਸਟੇਟ ਆਫ ਅਫਗਾਨਿਸਤਾਨ ਦੇ ਫਾਊਂਡਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਸੋ ਇਹ ਫੈਕਟ ਵੀ ਤੁਸੀਂ ਨਾਲ ਯਾਦ ਰੱਖਣਾ ਹੈ।
ਨੈਕਸਟ ਹੈ ਕਿਹੜੀ ਪਹਿਲੀ ਡਾਇਨੈਸਟੀ ਸੀ ਜਿਹਨੇ ਚਾਈਨਾ ਨੂੰ ਰੂਲ ਕੀਤਾ? ਸੋ ਦ ਆਨਸਰ ਇਜ਼ ਆਪਸ਼ਨ ਬੀ ਸ਼ੀਆ ਡਾਇਨੈਸਟੀ। With the fall of which among the following the French Revolution began? ਸੋ ਇਹਨਾਂ ਵਿੱਚੋਂ ਕਿਹੜੀ ਚੀਜ਼ ਦੇ ਗਿਰਨ ਦੇ ਨਾਲ ਫ੍ਰੈਂਚ ਰੈਵੋਲੂਸ਼ਨ ਦੀ ਸ਼ੁਰੂਆਤ ਹੋਈ? ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਏ ਬੈਸਟਾਈਲ। When did the atomic bombings of Hiroshima and Nagasaki happen? Very important question related to World War II. ਸੋ ਜਦੋਂ World War ਜਿਹੜੀ ਦੂਜੀ ਹੋਈ ਸੀ ਉਹ ਆਪਣੀ ਫਾਈਨਲ ਸਟੇਜ ਵਿੱਚ ਸੀ, ਉਸ ਸਮੇਂ ਯੂਨਾਈਟਿਡ ਸਟੇਟਸ ਨੇ ਅਮਰੀਕਾ ਨੇ ਦੋ ਨਿਊਕਲੀਅਰ ਵੈਪਨ ਡੀਟੋਨ ਕੀਤੇ ਸੀ ਦੋ ਜੈਪਨੀਜ਼ ਸਿਟੀਜ਼ ਦੇ ਉੱਤੇ। ਇੱਕ ਦਾ ਨਾਮ ਸੀ ਹੀਰੋਸ਼ੀਮਾ, ਦੂਜੀ ਨਾਗਾਸਾਕੀ। ਹੀਰੋਸ਼ੀਮਾ ਉੱਤੇ ਨਿਊਕਲੀਅਰ ਵੈਪਨ ਕੀਤਾ ਸੀ 6 ਅਗਸਤ 1945 ਨੂੰ, ਨਾਗਾਸਾਕੀ ਉੱਤੇ 9 ਅਗਸਤ ਨੂੰ। ਸੋ ਦ ਈਅਰ ਇਜ਼ ਆਪਸ਼ਨ ਸੀ 1945। ਜੌਨ ਲੌਕ ਪ੍ਰੋਫਾਉਂਡਡ। ਸੋ ਜੌਨ ਲੌਕ ਦੀ ਥਿਊਰੀ ਹੈ ਆਪਸ਼ਨ ਏ ਸੋਸ਼ਲ ਕੰਟਰੈਕਟ ਥਿਊਰੀ। ਇਹ ਮੋਸਟਲੀ ਜਿਹੜੇ ਐਗਜ਼ਾਮ ਪੀਪੀਐਸਸੀ ਕੰਡਕਟ ਕਰਦੀ ਹੈ ਉੱਥੇ ਆਪਾਂ ਨੂੰ ਪਤਾ ਹੈ ਵਰਲਡ ਹਿਸਟਰੀ ਚੋਂ ਕਾਫੀ ਕੁਐਸਚਨ ਦੇਖਣ ਨੂੰ ਮਿਲਦੇ ਨੇ, ਸੋ ਉਹ ਇਦਾਂ ਦੇ ਡਾਇਰੈਕਟਲੀ ਕੁਐਸਚਨ ਪਾਉਂਦੇ ਨੇ। ਤੇ ਸੋਸ਼ਲ ਕੰਟਰੈਕਟ ਥਿਊਰੀ ਜੌਨ ਲੌਕ ਦੀ ਕਿਹੜੀ ਬੁੱਕ ਵਿੱਚ ਹੈ? ਉਹਦਾ ਨਾਮ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਬੁੱਕ ਇਜ਼ ਟੂ ਟ੍ਰੀਟਿਜ਼ ਔਨ ਸਿਵਲ ਗਵਰਨਮੈਂਟ। ਸੋ ਇਹ ਵੀ ਤੁਸੀਂ ਨਾਮ ਯਾਦ ਰੱਖਣਾ ਹੈ ਤੇ ਇਹਦਾ ਈਅਰ ਹੈ 1690। ਨੈਕਸਟ ਮੇਨ ਕੈਫ ਇਹ ਕਿਹਦੀ ਆਟੋਬਾਇਓਗ੍ਰਾਫੀ ਹੈ? ਸੋ ਇਹ ਹੈ ਆਪਸ਼ਨ ਬੀ ਐਡੋਲਫ ਹਿਟਲਰ ਦੀ। The famous painting Last Supper is a creation of. So Last Supper ਹੈ option C ਲਿਓਨਾਰਡੋ ਡੀ ਵਿੰਸੀ ਦੀ। ਗ੍ਰੀਕ ਰੋਮਨ ਆਰਟ ਇਹ ਆਪਾਂ ਨੂੰ ਹੋਰ ਕਿੱਥੇ ਪਾਇਆ ਜਾਂਦਾ ਹੈ? ਸੋ ਇਹ ਆਪਾਂ ਨੂੰ ਮਿਲਦਾ ਹੈ ਆਪਸ਼ਨ ਬੀ ਗੰਧਰ ਸਟਾਈਲ ਦੇ ਵਿੱਚ। What is the popular name of monolithic rock shrine at Mahabalipuram? ਸੋ ਮਹਾਬਲੀਪੁਰਮ ਦੇ ਵਿੱਚ ਜਿਹੜੀਆਂ ਮੋਨੋਲਿਥਿਕ ਇੱਕ ਸਿੰਗਲ ਸਟੈਂਡਰਡ ਰੌਕ ਸ਼ਰਾਈਨਸ ਮਿਲਦੀਆਂ ਨੇ ਉਹਨਾਂ ਦਾ ਪਪੂਲਰ ਨਾਮ ਹੈ ਆਪਸ਼ਨ ਏ ਰਥਸ। Who among the following was worshipped during early Vedic period? ਸੋ ਜਿਹੜਾ early Vedic period ਸੀ ਉਸ ਸਮੇਂ ਕਿਹਨੂੰ ਪੂਜਿਆ ਜਾਂਦਾ ਸੀ? ਸੋ ਇਹਦਾ ਆਨਸਰ ਹੈ ਆਪਸ਼ਨ ਡੀ ਇਹਨਾਂ ਤਿੰਨਾਂ ਨੂੰ ਵਰੁਣ, ਇੰਦਰ, ਸੂਰਿਆ। ਕਿਸ ਟਾਈਪ ਦੀ ਪੋਟਰੀ ਫੇਮਸ ਸੀ ਲੇਟਰ ਵੈਦਿਕ ਟਾਈਮ? ਸੋ ਲੇਟਰ ਵੈਦਿਕ ਟਾਈਮ ਆਪਸ਼ਨ ਡੀ ਰੈਡ ਵੇਅਰ ਕਾਈਂਡ ਦੀ ਪੋਟਰੀ ਫੇਮਸ ਸੀ। ਕਾਲੀਦਾਸ ਦਾ ਇਹਨਾਂ ਵਿੱਚੋਂ ਕਿਹੜਾ ਕੰਮ ਹੈ? ਸੋ ਆਪਸ਼ਨਸ ਨੇ ਅਭਿਜਨ ਸ਼ਕੁੰਤਲਮ, ਮੇਘਦੂਤਮ, ਰਘੁਵੰਸ਼, ਦੈਨ ਮਾਲਵਿਕ ਨਿਮਿਤਰਮ, ਰਿਤੂ ਸੰਹਾਰਾ, ਕੁਮਾਰ ਸੰਭਵ। ਸੋ ਇਹ 6 ਦੇ 6 ਜਿਹੜੇ ਕੰਮ ਨੇ ਉਹ ਕਾਲੀਦਾਸ ਦੇ ਨੇ। ਸੋ ਆਨਸਰ ਇਜ਼ ਆਪਸ਼ਨ ਡੀ ਆਲ ਆਫ them। ਤੇ ਤੁਸੀਂ ਇਹਨਾਂ ਨੂੰ ਬਾਈ ਹਾਰਟ ਯਾਦ ਰੱਖਣਾ ਹੈ ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਐਗਜ਼ਾਮ ਦੇ ਲਈ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। Next is which statement is are correct about Aryankas? ਸੋ ਆਰਯੰਕਾਸ ਨੂੰ ਲੈ ਕੇ ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਕਿ ਇੱਕ ਤਾਂ ਇਹ ਜੰਗਲ ਵਗੈਰਾ ਫੋਰੈਸਟ ਦੇ ਉੱਤੇ ਡੀਟੇਲ ਟ੍ਰੀਟੀ ਦਿੰਦੇ ਆ। ਨੈਕਸਟ ਇਹ ਆਪਾਂ ਨੂੰ ਟ੍ਰਾਂਜੀਸ਼ਨਸ ਦੱਸਦੇ ਨੇ, ਕੁਝ ਚੇਂਜਸ ਦੱਸਦੇ ਨੇ ਜੋ ਬ੍ਰਹਮਾਨਸ ਤੇ ਉਪਨਿਸ਼ਦ ਵਿੱਚ ਹੋਈਆਂ ਸੀ ਰਿਲੇਟਡ ਟੂ ਰਿਚੁਅਲਸ, ਫਿਲਾਸਫੀਜ਼। ਸੋ ਇਹ ਸਾਰੇ ਐਸਪੈਕਟ ਕਵਰ ਹੁੰਦੇ ਨੇ ਆਰਯੰਕਾਸ। ਸੋ ਆਪਸ਼ਨ ਸੀ ਇਜ਼ ਦ ਰਾਈਟ ਆਨਸਰ। Next come very important question. Which is representative of Dravid style of temple architecture? So the answer is option A Viman. Next is ਕਿਹੜਾ ਇਹ ਜਿਹਾ important source ਆ ਜਿਹਦੇ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਜਿਹੜਾ ਸ਼੍ਰੀਨਗਰ ਆ ਉਹਨੂੰ ਅਸ਼ੋਕਾ ਨੇ ਬਿਲਡ ਕੀਤਾ ਸੀ। ਸੋ ਇਹ ਪਤਾ ਲੱਗਦਾ ਆਪਸ਼ਨ A ਕਲਹਾਨਾ ਦੀ ਰਾਜ ਤਰੰਗਨੀ ਚੋਂ। Next is which of the following was the capital of Surasen Mahajanpad? So Surasen Mahajanpad ਦੀ capital ਸੀ option C Mathura. Which of the following inscription is found in purest Sanskrit? So ਪੂਰੀ ਤਰ੍ਹਾਂ ਸੰਸਕ੍ਰਿਤ ਵਿੱਚ ਲਿਖੀ ਹੋਈ inscription ਹੈ option B ਜੂਨਾਗੜ੍ਹ inscription. ਸਾਕਾ era ਕਿਹਨੇ ਸ਼ੁਰੂ ਕੀਤਾ ਤੇ ਕਦੋਂ? One of the most important question from ancient India history. So the answer is option D Kanishka and the time is 78 AD. Dholavira is situated on the bank of river. So answer is option C Luni. ਜਿਹੜਾ famous Kailashnath temple ਹੈ ਕਾਂਚੀ ਵਿੱਚ ਉਹਨੂੰ ਕਿਹਨੇ ਬਣਾਇਆ ਸੀ? So the answer is option B Narasimhavarman II. So ਏਦਾਂ ਦੇ question directly sub inspector exam ਦੇ ਲਈ ਆ ਸਕਦੇ ਨੇ। So these are very important question.
नेक्स्ट कैलाश टेंपल इलोरा दा किने बनाया? सो इलोरा वाला कैलाश टेंपल बनाया ऑप्शन ए कृष्णा वन। During the Gupta Empire, the term Uparika was used to. So Uparika Gupta Empire ਦੇ ਸਮੇਂ ਵਰਤਿਆ ਜਾਂਦਾ ਸੀ ਇੱਕ extra tax. So an extra tax levied on all subject. Which of the following Chalcolithic site? So AC copper related comes under Ganges system. So the Chalcolithic site is option B Alamgirpur. Nagarjuna is known as Einstein of India. ਨਾਗਰਜੁਨਾ ਨੂੰ ਇੰਡੀਆ ਦਾ ਆਇਨਸਟਾਈਨ ਕਿਉਂ ਕਿਹਾ ਜਾਂਦਾ? ਕਿਉਂਕਿ ਇਹਨਾਂ ਨੇ ਇੱਕ ਥਿਊਰੀ ਦਿੱਤੀ ਸੀ ਜਿਹੜੀ ਆਇਨਸਟਾਈਨ ਦੀ ਰਿਲੇਟਿਵਿਟੀ ਥਿਊਰੀ ਦੇ ਬਿਲਕੁਲ ਸਿਮਿਲਰ ਸੀ ਤੇ ਉਹਦਾ ਨਾਮ ਸੀ ਸ਼ੂਨਿਆਵਾਦ। ਸੋ ਰਾਈਟ ਆਨਸਰ ਇਜ਼ ਆਪਸ਼ਨ ਸੀ। ਹੀ ਪ੍ਰੋਪਾਉਂਡਡ ਦ ਥਿਊਰੀ ਆਫ ਸ਼ੂਨਿਆਵਾਦ similar to Einstein's theory of relativity. Lingaraj temple ਕਿੱਥੇ located ਹੈ? So it is in option C Bhubaneswar. Which one of the following dynasty was ruling at the time of Alexander's invasion? ਜਦੋਂ ਅਲੈਗਜ਼ੈਂਡਰ ਨੇ ਇੰਡੀਆ 'ਚ ਇਨਵੇਡ ਕੀਤਾ ਆਏ ਤਾਂ ਉਸ ਸਮੇਂ ਇੰਡੀਆ ਜਿਹੜੀ ਡਾਇਨੈਸਟੀ ਰੂਲ ਕਰ ਰਹੀ ਸੀ ਉਹਦਾ ਨਾਮ ਸੀ ਆਪਸ਼ਨ ਏ ਦ ਨੰਦਾ। ਦਿੱਲੀ ਵਿੱਚ ਜਿਹੜਾ ਆਇਰਨ ਪਿਲਰ ਹੈ ਉਹ ਕਿਹਦੀਆਂ ਅਚੀਵਮੈਂਟਸ ਬਾਰੇ ਦੱਸਦਾ ਹੈ? ਸੋ ਉਹ ਦੱਸਦਾ ਹੈ ਆਪਸ਼ਨ ਡੀ ਚੰਦਰਗੁਪਤ 2। Who constructed Khajuraho temple? Very important. Answer is option D Chandel Rajput. ਲੋਥਾਲ एंशिएंट ਇੱਕ ਸਾਈਟ ਹੈ ਇਹਦੇ ਬਾਰੇ ਕਿਹੜੀ ਸਟੇਟਮੈਂਟ ਸਹੀ ਹੈ ਇਹਨਾਂ ਸਾਰੀਆਂ ਵਿੱਚੋਂ? ਸੋ ਪਹਿਲੀ ਹੈ ਕਿ ਇੱਕ एंशिएंट पोर्ट ਹੈ ਇਨ ਦਾ ਸਿਵਲਾਈਜੇਸ਼ਨ ਦਾ। ਦਿਸ ਇਜ਼ ਰਾਈਟ। ਇਟ ਵਾਸ ਐਕਸਕੇਵੇਟਡ ਬਾय SR ਰਾਓ। ਇਹਨਾਂ ਨੇ ਡਿਸਕਵਰੀ ਕੀਤੀ, ਖੋਜਿਆ, ਐਕਸਕੇਵੇਟ ਕੀਤਾ। ਦਿਸ ਇਜ਼ ਆਲਸੋ ਟਰੂ। Currently it is situated in Pakistan. So this is wrong. It is situated in India. So right answer is option A only 1 and 2. Who among the following Kushan emperor was the first to introduce gold coin in India? So पहला Kushan emperor जिन्हें सोने दा coin सिक्का introduce किया इंडिया च, that was option A Vima Cadphises. Which ancient literature contained short stories that have priceless treasure of morality and knowledge? So A है option B Hitopdesh. Which script was used in Ashoka's inscription? A question तक काफी बारी repeat ਹੁੰਦਾ है। So Ashoka ਦੀਆਂ inscription लिखिया ਹੁੰਦੀਆਂ ਸੀ option A Brahmi script ਵਿੱਚ। The main focus of Rigvedic culture was? So Rigvedic culture ਦਾ main focus ਸੀ option C Indus Valley. Temple of Konark was built by Narsimha. So Narsimha ਸੀ option C Ganga administration ਦੇ ruler. Hampi किस चीज ਦੇ ਲਈ ਜਾਣਿਆ ਜਾਂਦਾ ਹੈ? What was Hampi known for? So Hampi ਪੁਰਾਣੇ ਜ਼ਮਾਨੇ ਦੀ ਜੇ ਗੱਲ ਕਰੀਏ ਉਰੇ was word use ਹੋ ਰਿਹਾ ਹੈ ਮਤਲਬ ਉਰੇ ਦੀ ancient significance ਪੁੱਛੀ ਜਾ ਰਹੀ ਹੈ। ਸੋ ਇਹ ਵਿਜੇਨਗਰ ਦੀ ਕੈਪੀਟਲ ਸੀ ਆਪਸ਼ਨ ਡੀ। ਮੇਘਦੂਤ ਕਿਨੇ ਲਿਖਿਆ? ਸੋ ਮੇਘਦੂਤ ਦੇ ਆਥਰ ਨੇ ਆਪਸ਼ਨ ਸੀ ਕਾਲੀਦਾਸ। Who wrote ਮ੍ਰਿਛਕਟਿਕਮ? ਸੋ ਮ੍ਰਿਛਕਟਿਕਮ ਲਿਖਿਆ ਆਪਸ਼ਨ ਡੀ ਸ਼ੁਦਰਾਕਾ ਨੇ। Who wrote ਮੁਦਰਾਕਸ਼ਾ? ਸੋ ਮੁਦਰਾਕਸ਼ਸ ਲਿਖਿਆ ਆਪਸ਼ਨ ਏ ਵਿਸ਼ਾਖਾ ਦੱਤ ਨੇ। very important. Who wrote ਪੰਚਤੰਤਰ? So Panchtantra लिखिया again important question option B Vishnu Sharma. Now we have to tell कि इन्ना चारां दे विचों केड़ी सही matching नहीं है। Which one of the following is not correctly matched? So इन्ना विचों जेड़ा सही match नहीं है वो है option D विशाखा दत्त कौमुदी महोत्सव। So कौमुदी महोत्सव एक uncertain date दा संस्कृत play है। So इस story narrate करदा है एक prince सी कल्याण वर्मन ऑफ मगध। सो उस राजे दी स्टोरी डिपिक्ट करदा है ते एनू विशाखा दत्त ने नहीं लिखिया। सो एक करेक्टली मैच नहीं है। सो बाकी फर्स्ट तीनों करेक्टली मैच ने। Who among the following had written down Sanskrit epic poem रामचरितम? सो एनू लिखिया ऑप्शन ए संध्याकाल नंदी। ते आज का अपना इस लेक्चर दा लास्ट इंपॉर्टेंट क्वेश्चन है Who wrote See You Kai? So A लिखा है ऑप्शन सी ह्यूइंग सांग ने। ह्यूइंग सांग कौन सी? एक चाइनीज बुद्धिस्ट मॉन्क सी, एक स्कॉलर सी, ट्रैवलर सी, ट्रांसलेटर सी ते इंडिया दे विच आए सी वेरी इंपॉर्टेंट 7th सेंचुरी विच।
ਸੋ ਇਹ ਵੀ ਆਪਾਂ ਨੇ ਇੰਪੋਰਟੈਂਟ ਯਾਦ ਰੱਖਣਾ ਹੈ। ਸੋ ਦਿਸ ਵਾਸ ਆਲ ਅਬਾਊਟ ਟੁਡੇਜ਼ ਲੈਕਚਰ। I hope you liked the video. Keep supporting Victor's knowledge. Thank you and good luck.